डाउट नहीं, कोई शक नहीं है कि गुरुद्वारा कमेटी के इलैक्शन के विच ये नशे बनते हैं, शराबां बनते हैं, पैसे बनते हैं। साबका जथेदार है भाई रणजीत सिंह जी आके हुण उन्हां कोले इन्ने रिसोर्सिस कित्थों आ जाणगे कि वो इन्हां नाल जाके मुकाबला कर लैन। इन्हां ने तां इन्ना पैसा लेना, बादल दा लेना ने। कि जमानतां दे आधार ते जां लंगर बड़ा छकाया उस दे आधार ते उस नूं मुद्दा बना के ये जिहड़ी चोण आ ये लड़नी जायज़ है? ये तां दिल्ली गुरुद्वारा कमेटी का फर्ज बनता। जे दिल्ली गुरुद्वारा कमेटी लंगर हर जगह ते वरताउणा, चाहे कोई मर्जी प्रधान रहा, उन्हें वरताया। ਇਹਦਾ ठीक आ, ये गुरुद्वारा कमेटी ने अपना प्लेटफॉर्म प्रोवाइड किया, उनका फर्ज बनता सी, उन्हें अपना फर्ज पूरा किया। पर ਇਹਦਾ पोलीटिकल लहा लेना ये गलत गल है। तो ये कहा गया कि तुसीं केस लड़न तो इनकार करता, जिस करके उन्होंने इत्थों तक शब्द वरत्या भी पहला तो मैं फूलका साहब कहना सा, भी हुण मैं साहब भी नहीं कहता। चलो मैनू तो साहब कहने का कोई शौक नहीं। ये बदलाव क्यों आया? क्योंकि जदों मैं देखो, मैं ये गल कही सी कि असीं अपने गुरुद्वारा कमेटियां नूं सियासत तो आज़ाद करना। बेअदबी हुई किस करके हुई कि राम रहीम दियां वोटां चाहीदियां सी। राम रहीम दियां वोटां दे वास्ते अकाल तख्त जथेदार नूं घर तक बुला लिया, राम रहीम पेश नहीं होया, घरे बुला के उन्होंने बादल साहब ने कहा कि इनू माफ़ कर दिओ, बिना पेश होए माफ़ कर दिओ, बिना माफ़ी मंगे माफ़ कर दिओ। है मुहिम कि गुरुद्वारा नूं पॉलिटिक्स तो आज़ाद कराना, इस करके मैं बादल दल की मानता कैंसल कराई सी कि एक पोलीटिकल पार्टी साडे गुरुद्वारियां ते कब्जा नहीं कर सकती। शराब दियां कंपनियां तो इन्हां ने फंड लिया, सिगरट वाली कंपनियां तो इन्हां ने फंड लिया, वो फंड गुरुद्वारा इलैक्शन के विच वरते जा रहे हैं। सिगरट पीने वाला वोट नहीं पा सकता, शराब पीने वाला वोट नहीं पा सकता, पर वो सिगरट ते शराब दियां कंपनियां वाले फंड दे के गुरुद्वारा इलैक्शन नूं इन्फ्लुएंस कर सकते। फिर भी तुसीं उहनूं वोट पाउने हो तां तुसीं गुरु दे नाल दगा कर। ਦਿੱਲੀ ਦੇ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਹੈ ਤੇ ਦਿੱਲੀ ਦੇ ਵਿੱਚ ਕਈ ਗੁਰਧਾਮ ਵੀ ਮੌਜੂਦ ਨੇ ਜਿਨ੍ਹਾਂ ਦੀ ਦੇਖ-ਰੇਖ ਲਈ ਤੇ ਪ੍ਰਬੰਧ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਕਰਦੀ ਹੈ। ਹੁਣ 25 ਅਪ੍ਰੈਲ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ, ਜਿਸ ਦੇ ਚੱਲਦਿਆਂ ਹੋਇਆਂ ਆਗੂਆਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਰਾਜਨੀਤਿਕ ਚਿੱਕੜ ਸੁੱਟਿਆ ਜਾ ਰਿਹਾ ਹੈ, ਨਾਲ-ਨਾਲ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਪਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਦੋਂ ਹੋਂਦ ਵਿੱਚ ਆਈ, ਇਸ ਦਾ ਪਰਪਸ ਕੀ ਸੀ, ਕੀ ਸਿੱਖਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਉਹ ਕਾਰਜ ਕੀਤੇ ਜਿਸ ਦੇ ਲਈ ਇਹ ਹੋਂਦ ਵਿੱਚ ਆਈ ਸੀ। ਸਾਡੇ ਨਾਲ ਸੀਨੀਅਰ ਐਡਵੋਕੇਟ HS ਫੂਲਕਾ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਫੂਲਕਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੂਲਕਾ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਇਲੈਕਸ਼ਨਸ ਆ ਰਹੀਆਂ ਨੇ, ਕਿਸ ਪਰਪਸ ਲਈ ਹੋਂਦ ਵਿੱਚ ਆਈ ਸੀ ਤੇ ਕਦੋਂ ਹੋਂਦ ਵਿੱਚ ਆਈ ਸੀ? ਜੇਕਰ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ SGPC ਗੁਰਧਾਮਾਂ ਦੀ ਦੇਖ ਰੇਖ ਕਰਦੀ ਹੈ, ਹੋਰ ਪ੍ਰਚਾਰ ਕਰਦੀ ਹੈ, ਜਾਂ ਸਾਰੇ ਪ੍ਰਬੰਧ SGPC ਵੱਲੋਂ ਕੀਤੇ ਜਾਂਦੇ ਨੇ। ਦਿੱਲੀ ਕਮੇਟੀ ਦੀ ਗੱਲ ਕਰੀਏ, ਇਹ ਕਦੋਂ ਹੋਂਦ ਵਿੱਚ ਆਈ, ਕਿਵੇਂ ਹੋਂਦ ਵਿੱਚ ਆਈ, ਇਸ ਦੇ ਲਈ ਸਿੱਖਾਂ ਨੂੰ ਕੀ ਕਰਨਾ ਪਿਆ? ਜਿਹੜਾ ਐਕਟ ਬਣਿਆ ਦਿੱਲੀ ਸਿੱਖ ਗੁਰਦੁਆਰਾ ਐਕਟ, ਇਹ ਤਾਂ ਹੈਗਾ 1971 ਦਾ, ਪਰ ਇਹ ਜਿਹੜੀ ਗੁਰਦੁਆਰਾ ਕਮੇਟੀ ਉਸ ਤੋਂ ਪਹਿਲਾਂ ਵੀ ਹੁੰਦੀ ਸੀ। ਉਸ ਤੋਂ ਪਹਿਲਾਂ ਨੋਮੀਨੇਟਡ ਮੈਂਬਰ ਹੁੰਦੇ ਸੀ, ਉਹ ਕਰਦੇ ਸੀ। ਉਸ ਤੋਂ ਬਾਅਦ ਜੇ 1971 ਵਿੱਚ ਇਹ ਐਕਟ ਬਣਿਆ, ਅਤੇ ਜਦੋਂ 1971 ਵਿੱਚ 1973 'ਚ ਚੋਣਾਂ ਹੋਈਆਂ, ਉਦੋਂ ਬਾਅਦ ਇਹ ਆਈ। ਇੱਕ ਜਿਹੜੀ ਵੱਡੀ ਗੱਲ ਆ, ਇਹ ਪਹਿਲੀ ਵਾਰੀ ਸੀ ਇਹ ਐਕਟ ਦੇ ਵਿੱਚ ਜਿਹਦੇ 'ਚ ਕਿ ਸਿਰਫ ਕੇਸਾਧਾਰੀ ਸਿੱਖਾਂ ਨੂੰ ਹੀ ਵੋਟ ਦਾ ਅਖਤਿਆਰ ਦਿੱਤਾ ਗਿਆ। ਜਿਹੜਾ SGPC ਐਕਟ ਹੈ, ਜਿਹੜਾ 1925 ਵਾਲਾ, ਉਹਦੇ ਵਿੱਚ ਸੀਗਾ ਕਿ ਕੋਈ ਵੀ ਡਿਕਲੇਅਰ ਕਰਦੇ ਕਿ ਜੀ ਮੈਂ ਤਾਂ ਸਿੱਖ ਹਾਂ, ਅਤੇ ਉਹਨੂੰ ਵੋਟ ਦਾ ਹੱਕ ਦੇ ਦਿੱਤਾ ਜਾਂਦਾ ਸੀ। ਪਰ ਦਿੱਲੀ ਦੇ ਵਿੱਚ 1971 ਜਦੋਂ ਐਕਟ ਬਣਿਆ, ਸਿਰਫ ਕੇਸਾਧਾਰੀ ਸਿੱਖਾਂ ਨੂੰ ਹੀ ਇਹਦੇ 'ਚ ਵੋਟ ਦਾ ਹੱਕ ਸੀ। ਉਹ SGPC ਦੇ ਵਿੱਚ ਉਹ ਅਮੈਂਡਮੈਂਟ ਜੋ ਆਈ ਆ 2004 'ਚ ਉਹ ਆਈ ਆ, ਉੱਥੇ ਉਹ ਇਹ ਹੋਈ ਆ। ਇੱਥੇ ਪਹਿਲਾਂ ਸ਼ੁਰੂ ਤੋਂ ਹੀ ਇਹੀ ਸੀ। ਜਿਹੜਾ ਇਹਦੇ 'ਚ ਹੁਣ ਤੋਂ ਜਿਹੜਾ ਬਲਕਿ ਸਾਰੇ ਸਿੱਖਾਂ ਨੂੰ ਵੀ ਹੱਕ ਨਹੀਂ ਹੈ, ਸਾਰੇ ਸਿੱਖ ਵੀ ਨਹੀਂ। ਸਿੱਖ ਜਿਹੜਾ ਕੇਸਾਧਾਰੀ ਆ, ਇਕੱਲਾ ਕੇਸਾਧਾਰੀ ਵੀ ਨਹੀਂ, ਸਿੱਖ ਜਿਹੜਾ ਸਿਗਰਟ ਨਹੀਂ ਪੀਂਦਾ, ਸਿੱਖ ਜਿਹੜਾ ਸ਼ਰਾਬ ਨਹੀਂ ਪੀਂਦਾ, ਬਲਕਿ ਮੈਂਬਰਾਂ ਵਾਸਤੇ ਨਹੀਂ, ਮੈਂਬਰਾਂ ਵਾਸਤੇ ਤਾਂ ਹੋਰ ਵੀ ਸਖਤ ਆ, ਪਰ ਹਰ ਇੱਕ ਵੋਟਰ ਦੇ ਵਾਸਤੇ ਵੋਟਰ ਸਿਰਫ ਉਹ ਬਣ ਸਕਦਾ
ਜਿਹੜੇ ਸਿੱਖਾਂ ਦੇ ਵਿੱਚੋਂ ਵੀ ਇਹ ਸਿੱਖ ਨੇ, ਮਤਲਬ ਕਿ ਜਿਹੜਾ ਪੂਰੇ ਦਾ ਪੂਰਾ ਧਰਮ ਨੂੰ ਫੋਲੋ ਕਰਦਾ, ਪੂਰਾ ਧਾਰਮਿਕ ਆ, ਉਹ ਮੈਂਬਰ ਬਣ ਸਕਦਾ। ਹੁਣ ਮਤਲਬ ਕਿ ਦਿੱਲੀ ਦੇ ਵਿੱਚ ਕਿਉਂਕਿ ਸਿੱਖਾਂ ਦੀ ਇਹੀ ਬਾਡੀ ਆ, ਇਹਨਾਂ ਦਾ ਕੰਮ ਤਾਂ ਜੋ ਗੁਰਦੁਆਰਾ ਸਾਹਿਬ ਨੇ, ਹਿਸਟੋਰਿਕ ਗੁਰਦੁਆਰੇ ਨੇ 9 ਗੁਰਦੁਆਰੇ, ਉਹਨਾਂ ਨੂੰ ਵੀ ਸਾਂਭਣਾ। ਬਾਅਦ 'ਚ ਇੱਕ ਉਹਨਾਂ ਨੇ ਹੋਰ ਐਡ ਕਰ ਲਿਆ, ਉਹਨਾਂ ਨੂੰ ਸਾਂਭਣਾ, ਉਹਨਾਂ ਦੀ ਦੇਖ ਰੇਖ ਕਰਨਾ। ਉਸ ਦੇ ਇਲਾਵਾ ਫਿਰ ਜੋ ਪਹਿਲਾਂ ਦੇ ਸੀਗੇ ਸਕੂਲ, ਉਸ ਤੋਂ ਬਾਅਦ ਹੁਣ ਇਸ ਟਾਈਮ ਤਾਂ ਬਹੁਤ ਹੀ ਜ਼ਿਆਦਾ ਐਲੈਬੋਰੇਟ ਹੋ ਗਿਆ, ਅਤੇ ਇਸ ਟਾਈਮ ਤਕਰੀਬਨ 40 ਦੇ ਕਰੀਬ ਤਾਂ ਐਜੂਕੇਸ਼ਨ ਇੰਸਟੀਟਿਊਸ਼ਨ ਨੇ, ਅਤੇ ਇਹ ਹੌਸਪੀਟਲ ਨੇ, ਡਿਸਪੈਂਸਰੀਆਂ ਨੇ, ਉਹ ਸਾਰੀਆਂ ਨੂੰ ਸਾਂਭਣਾ, ਉਹਨਾਂ ਦੀ ਦੇਖ ਰੇਖ ਕਰਨਾ। ਅਤੇ ਮਤਲਬ ਪਰਪਸ ਇਹ ਆ ਸਿੱਖੀ ਦੇ ਅਸੂਲਾਂ ਦੇ ਉੱਤੇ ਜਾ ਕੇ ਉਹਨਾਂ ਦੀ ਦੇਖ ਰੇਖ ਕਰਨਾ ਅਤੇ ਉਹਨਾਂ ਨੂੰ ਸਾਂਭਣਾ। ਪਰਪਸ ਅਸਲੀ ਮਤਲਬ ਇਹ ਸੀ। ਹੁਣ ਇਸ ਟਾਈਮ ਜੇਕਰ ਦੇਖਿਆ ਜਾਵੇ, ਮੈਂ ਕਹਾਂਗਾ ਇੱਕ ਤਾਂ ਕੰਮ ਇਹ ਰਹਿ ਗਿਆ। ਦੂਜਾ ਕੰਮ, ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਦਿੱਲੀ ਜੋ ਦੇਸ਼ ਦੀ ਰਾਜਧਾਨੀ ਹੈ, ਇੱਥੇ ਤੁਹਾਡਾ ਐਕਸੈਸ ਜੋ ਕੇਂਦਰੀ ਮੰਤਰੀ ਆ ਉਹਨਾਂ ਨਾਲ ਬੜਾ ਆਰਾਮ ਨਾਲ ਹੋ ਜਾਂਦਾ, ਜੋ ਕੇਂਦਰ ਸਰਕਾਰ ਦੇ ਵਿੱਚ ਅਹਿਮ ਆਫਿਸਰ ਨੇ ਉਹਨਾਂ ਨਾਲ ਬੜਾ ਆਰਾਮ ਨਾਲ ਹੋ ਜਾਂਦਾ। ਤਾਂ ਦਿੱਲੀ ਗੁਰਦੁਆਰਾ ਕਮੇਟੀ ਦਾ ਇਹ ਵੀ ਫਰਜ਼ ਨਾਲ ਦੀ ਨਾਲ ਕਿ ਜਦੋਂ ਵੀ ਇੰਡੀਆ ਦੇ ਵਿੱਚ ਕਿਸੇ ਸਿੱਖ ਨਾਲ ਕੋਈ ਧੱਕਾ ਹੋਵੇ, ਕਿਸੇ ਸਿੱਖ ਨਾਲ ਕੋਈ ਬੇਇਨਸਾਫੀ ਹੋਵੇ, ਤਾਂ ਦਿੱਲੀ ਗੁਰਦੁਆਰਾ ਕਮੇਟੀ ਉਹਦੇ ਕੇਸ ਕਰੇ। ਅਤੇ ਇਹ ਵੀ ਇਹਨਾਂ ਦਾ ਫਰਜ਼ ਬਣਦਾ ਰਾਜਧਾਨੀ ਦੇ ਵਿੱਚ ਬੈਠੇ ਹੋਣ ਕਰਕੇ, ਅਤੇ ਇਹ ਕਰਦੇ ਵੀ ਰਹੇ ਆ, ਇਹ ਗੱਲ। ਕਿਉਂਕਿ ਮੇਰਾ ਵਾਹ ਬੜਾ ਪੁਰਾਣਾ 1984 'ਚ ਜਦੋਂ ਮੈਂ ਇਹ ਕੇਸ ਕਰਨ ਲੱਗਾ, 84 ਦੀ ਆਪਣੇ ਕਤਲੇਆਮ ਦੇ, ਉਦੋਂ ਦਾ ਹੀ ਮੇਰਾ ਲਗਭਗ ਦਿੱਲੀ ਗੁਰਦੁਆਰਾ ਕਮੇਟੀ ਨਾਲ ਵਾਹ ਪਿਆ ਵਾ। ਉਹ ਕਈ ਮੈਨੇਜਮੈਂਟ ਆਈਆਂ, ਬਦਲੀਆਂ, ਅਤੇ ਸਾਰਿਆਂ ਨਾਲ ਹੀ ਵਾਹ। ਤਾਂ ਮੈਂ ਦੇਖਿਆ ਕਿ ਕਰਦੇ ਵੀ ਰਹੇ। ਹੁਣ ਤੁਸੀਂ ਮਤਲਬ ਕਿ ਇਕੱਲੇ ਸਿੱਖਾਂ ਵਾਸਤੇ ਹੀ ਨਹੀਂ, ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਦੰਗੇ ਹੋਏ, ਗੁਜਰਾਤ ਦੇ ਦੰਗਿਆਂ ਤੋਂ ਬਾਅਦ ਮੁਸਲਮਾਨ ਬੜੇ ਘਬਰਾਏ ਹੋਏ ਸੀ ਸਾਰੇ। ਤਾਂ ਉਦੋਂ ਸਰਨਾ ਪ੍ਰਧਾਨ ਸੀ। ਉਦੋਂ ਮੈਂ ਸਰਨਾ ਨੂੰ ਕਿਹਾ, ਮੈਂ ਕਿਹਾ ਵੀ ਆਪਣਾ ਫਰਜ਼ ਬਣ ਜਾਂਦਾ ਕਿ ਅਸੀਂ ਹੁਣ ਮੁਸਲਮਾਨਾਂ ਦੇ ਨਾਲ ਖੜੀਏ, ਅਸੀਂ ਉਹਨਾਂ ਦੀ ਮਦਦ ਕਰੀਏ। ਮਤਲਬ ਕਿ ਉਸ ਤੋਂ ਬਾਅਦ ਜਨਰਲ ਅਰੋੜਾ ਉਦੋਂ ਜਿਉਂਦੇ ਸੀ, ਸਿੱਖ ਫੋਰਮ ਸੀਗੀ, ਅਸੀਂ ਉੱਥੇ ਜਾਮੀਆ ਮਿਲੀਆ ਵੀ ਗਏ, ਉਹਨਾਂ ਨੂੰ ਜਾ ਕੇ ਸਿੱਖ ਫੋਰਮ ਵੱਲੋਂ ਜਾ ਕੇ ਪਹਿਲਾਂ ਅਸ਼ੋਰੈਂਸ ਦਿੱਤੀ ਕਿ ਜਨਰਲ ਅਰੋੜਾ ਦਾ ਮੈਸੇਜ ਲੈ ਕੇ ਆਏ ਹਾਂ ਕਿ ਤੁਹਾਡੇ ਕਿਸੇ ਦੇ ਅਗੇਂਸਟ ਕੋਈ ਹਿਊਮਨ ਰਾਈਟ ਵਾਇਲੇਸ਼ਨ ਹੁੰਦੀ ਆ, ਕਿਤੇ ਵੀ ਤੁਹਾਡਾ ਕੋਈ ਧੱਕਾ ਹੁੰਦਾ, ਸਾਨੂੰ ਦੱਸੋ, ਸਿੱਖ ਫੋਰਮ ਤੁਹਾਡੇ ਵੱਲੋਂ ਕੇਸ ਲੜੂਗੀ। ਮਤਲਬ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਕੋਈ ਵੀ ਹੋਵੇ, ਪਾਰਟੀ ਕੋਈ ਵੀ ਕਾਬਜ਼ ਹੋਵੇ, ਉਹ ਸਮੇਂ-ਸਮੇਂ 'ਤੇ ਲੋਕਾਂ ਦੀ ਮਦਦ ਵੀ ਕਰਦੀ ਰਹੀ ਹੈ, ਗੁਰਧਾਮਾਂ ਦੀ ਸੇਵਾ ਸੰਭਾਲ ਦੇ ਨਾਲ ਮਦਦ ਕਰਦੀ ਰਹੀ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ। ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਮੀਟਿੰਗ ਹੋਈ। ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਮੁਸਲਮਾਨਾਂ ਦੇ ਲੀਡਰ ਆਏ। ਦਿੱਲੀ ਗੁਰਦੁਆਰਾ ਕਮੇਟੀ ਨੇ, ਮੈਂ ਵੀ ਮੀਟਿੰਗ 'ਚ ਮੌਜੂਦ ਸੀ, ਉਹਦੇ 'ਚ ਪਰਮਜੀਤ ਸਿੰਘ ਸਰਨਾ ਪ੍ਰਧਾਨ ਸੀ, ਉਹ ਵੀ ਮੌਜੂਦ ਸੀਗੇ। ਉੱਥੇ ਉਹ ਮੁਸਲਮਾਨਾਂ ਨੂੰ ਅਸ਼ੋਰੈਂਸ ਦਿੱਤੀ ਗਈ ਕਿ ਸਾਨੂੰ ਦੱਸੋ ਕਿਹੜੇ ਕੇਸ ਲੜਨੇ ਆ, ਸਾਡੀ ਲੀਗਲ ਟੀਮ ਤੁਹਾਡੇ ਵਾਸਤੇ ਕੇਸ ਲੜੇਗੀ। ਮਤਲਬ ਕਿ ਇਹ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਹੋ ਗਿਆ ਤਾਂ ਕਿਉਂਕਿ ਪਰਮਜੀਤ ਸਿੰਘ ਸਰਨਾ ਪ੍ਰਧਾਨ ਸੀ। ਜੇ ਉਸ ਟਾਈਮ ਬਾਦਲ ਦਲ ਦੀ ਕਮੇਟੀ ਹੁੰਦੀ ਤਾਂ ਇਹ ਭਾਜਪਾ ਦੇ ਨਾਲ ਭਾਈਵਾਲ ਸੀ, ਇਹਨਾਂ ਨੇ ਨਹੀਂ ਸੀ ਇਹ ਕਰਨਾ। ਪਰ ਮਤਲਬ ਕਿ ਪਰ ਦਿੱਲੀ ਗੁਰਦੁਆਰਾ ਕਮੇਟੀ ਦਾ ਫਰਜ਼ ਬਣਦਾ। ਹੁਣ ਉਹ ਕਰਨ ਜਾਂ ਨਾ ਕਰਨ, ਦੂਜੀ ਗੱਲ ਆ। ਇਹ ਦੂਜੀ ਗੱਲ ਅਗਲੀ ਇੱਕ ਬਹੁਤ ਵੱਡੀ ਗੱਲ, ਇੱਥੇ ਇਹ 2002 ਕੇ 3 ਦੀ ਗੱਲ ਆ। ਟਾਈਮਜ਼ ਆਫ ਇੰਡੀਆ ਜੋ ਮੇਨ ਅਖਬਾਰ, ਉਹਨੇ ਇੱਕ ਸੀਰੀਜ਼ ਚਲਾਈ। ਉਹਨੇ ਸੀਰੀਜ਼ ਇਹ ਚਲਾਈ ਕਿ ਜੇਕਰ ਕਿਸੇ ਦਾ ਮਤਲਬ ਕਿ ਪੁਰਾਣੀ ਦਿੱਲੀ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਆ, ਕਿਸੇ ਦਾ ਉੱਥੇ ਸਮਾਨ ਚੋਰੀ ਹੋ ਜਾਏ, ਕਿਸੇ ਦੇ ਪੈਸੇ ਚੋਰੀ ਹੋ ਜਾਣ, ਉਹਦੇ ਕੋਲ ਟਿਕਟ ਜੋਗੇ ਪੈਸੇ ਨਾ ਹੋਣ, ਉਹਦੇ ਕੋਲ ਖਾਣ ਜੋਗਾ ਪੈਸਾ ਨਾ ਹੋਵੇ, ਤਾਂ ਉਹ ਕਿੱਥੇ ਜਾਂਦਾ? ਸ਼ੀਸ਼ਗੰਜ ਗੁਰਦੁਆਰੇ। ਉਹਨਾਂ ਨੇ ਕਿਹਾ ਸ਼ੀਸ਼ਗੰਜ ਗੁਰਦੁਆਰੇ, ਉੱਥੇ ਜਾ ਕੇ ਉਹਨੂੰ ਟਿਕਟ ਦੇ ਪੈਸੇ ਵੀ ਮਿਲਦੇ ਆ, ਉਹਨੂੰ ਖਾਣਾ ਪੀਣਾ ਵੀ ਮਿਲਦਾ, ਨਾਲ ਉਹਦੀ ਪੂਰੀ ਸੁਵਿਧਾ ਕੀਤੀ ਜਾਂਦੀ ਹੈ। ਇਹ ਮਤਲਬ ਕਿ ਇਹ ਆਰਟੀਕਲ ਮੇਨ ਉਹਨਾਂ ਨੇ ਪੇਪਰ 'ਚ ਕੱਢਿਆ। ਦੂਜਾ ਉਹਨਾਂ ਨੇ ਕੱਢਿਆ, ਦਿੱਲੀ ਦੇ ਵਿੱਚ ਕਿਤੇ ਵੀ ਕੋਈ ਫਲੱਡ ਆ ਜਾਏ, ਕੋਈ ਵੀ ਆ ਜਾਏ, ਉਹ ਲੋਕਾਂ ਨੂੰ ਉੱਠ ਕੇ ਘਰਾਂ ਤੋਂ ਬਾਹਰ ਆਉਣਾ ਪਵੇ, ਕਿਤੇ ਹੋਰ ਬੈਠਣਾ ਪਵੇ, ਤਾਂ ਉਹ ਕਿਤੇ ਡਿਪੈਂਡ ਕਰਦੇ ਆ? ਲੰਗਰ ਜਾਂਦਾ ਗੁਰਦੁਆਰਾ ਸਾਹਿਬ ਤੋਂ, ਗੁਰਦੁਆਰਾ ਸਾਹਿਬ ਦਾ ਲੰਗਰ। ਅਗਲੀ ਗੱਲ, ਇਹ ਪੇਪਰ ਇਹਨਾਂ ਨੇ ਮਤਲਬ ਕਿ ਪਿਲਰ ਆਫ ਡੈਮੋਕ੍ਰੇਸੀ ਦਾ ਨਾਮ ਦਿੱਤਾ ਦੇਸ਼ ਵਿੱਚ, ਜੋ ਸਿੱਖ ਕੌਮ ਅਤੇ ਸਾਡੇ ਗੁਰਦੁਆਰਿਆਂ ਨੂੰ। ਪਿਲਰ ਆਫ ਡੈਮੋਕ੍ਰੇਸੀ ਗੁਰਦੁਆਰਾ ਬੰਗਲਾ ਸਾਹਿਬ। ਇੱਥੇ ਜੰਤਰ ਮੰਤਰ 'ਤੇ ਧਰਨੇ ਲੱਗਦੇ ਆ। ਜੰਤਰ ਮੰਤਰ 'ਤੇ ਕੋਈ ਮਰਜ਼ੀ ਆ ਕੇ ਹਿੰਦੁਸਤਾਨ ਤੋਂ, ਇੰਡੀਆ ਤੋਂ ਕੋਈ ਮਰਜ਼ੀ ਆ ਕੇ ਧਰਨਾ ਦੇਵੇ, ਉਹਦੇ ਲੰਗਰ ਦਾ ਇੰਤਜ਼ਾਮ
ਬੰਗਲਾ ਸਾਹਿਬ ਤੋਂ, ਲੰਗਰ ਉੱਥੇ ਆ ਕੇ ਵਰਤਾਇਆ ਜਾਂਦਾ ਬੰਗਲਾ ਸਾਹਿਬ ਤੋਂ, ਕਿਸੇ ਦੀ ਵੀ ਕਮੇਟੀ ਹੋਵੇ ਇਹ ਰੈਗੂਲਰ ਕੀਤਾ ਜਾਂਦਾ। ਅਗਲਾ ਸਵਾਲ ਮੈਂ ਕਰਾਂ, ਹੁਣ 25 ਅਪ੍ਰੈਲ ਨੂੰ ਚੋਣਾਂ ਨਿਯਤ ਹੋਈਆਂ ਵੀ ਚੋਣ ਹੋਏਗੀ, ਹੁਣ ਦੂਜੇ ਪਾਸੇ ਲੋਕਡਾਊਨ ਹੈ ਉਸ ਦਿਨ, ਕੀ ਚੋਣ ਉਸੇ ਦਿਨ ਹੋਏਗੀ ਜਾਂ ਅੱਗੇ ਪਿੱਛੇ ਹੋ ਸਕਦੀ ਹੈ? ਇਹ ਲੋਕਡਾਊਨ ਇਸੇ ਵੀਕਐਂਡ 'ਤੇ ਆ। ਉਹਨਾਂ ਨੇ, ਦਿੱਲੀ ਸਰਕਾਰ ਨੇ ਬੜਾ ਕਲੀਅਰਲੀ ਕਹਿ ਦਿੱਤਾ ਕਿ ਇਹ ਲੋਕਡਾਊਨ ਆ ਜਿਹੜਾ ਇਸੇ ਵੀਕਐਂਡ 'ਤੇ ਆ, ਇਹ 17 ਤੇ 18 ਨੂੰ, ਅਤੇ ਅਗਲੇ ਵੀਕਐਂਡ 'ਤੇ ਲੋਕਡਾਊਨ ਨਹੀਂ ਹੈ। ਪਰ ਮੈਨੂੰ ਇਹ ਪੂਰਾ ਇਹ ਉਮੀਦ ਆ ਕਿ ਅਗਲੇ ਵੀਕਐਂਡ 'ਤੇ ਜੇ ਲੋਕਡਾਊਨ ਹੋਇਆ ਵੀ ਤਾਂ ਸੰਡੇ ਨੂੰ ਨਹੀਂ ਕਰਨਗੇ। ਜੇ ਸੰਡੇ ਨੂੰ ਕੀਤਾ ਤਾਂ ਇਹ ਵੋਟਾਂ ਨੂੰ ਐਗਜ਼ੈਂਪਟ ਕਰ ਦੇਣਗੇ, ਆਪਣਾ ਤੁਸੀਂ ਵੋਟਰ ਆਈ ਕਾਰਡ ਦਿਖਾਓ ਅਤੇ ਤੁਹਾਨੂੰ ਅਲਾਊ ਕਰ ਦਿੱਤਾ ਜਾਊਗਾ। ਹੁਣ ਜੇ ਇਲੈਕਸ਼ਨ ਦੀ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥਾਂ ਥਾਂ 'ਤੇ ਲੰਗਰ ਲਾਏ, ਉਹ ਚਾਹੇ ਜੰਤਰ ਮੰਤਰ ਦੀ ਗੱਲ ਹੋਵੇ, ਕਿਤੇ ਵੀ ਲੋੜ ਪੈਂਦੀ ਰਹੀ ਤਾਂ ਉੱਥੇ ਬੰਗਲਾ ਸਾਹਿਬ ਤੋਂ ਜਾਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲੰਗਰ ਪਹੁੰਚਦਾ ਰਿਹਾ, ਲੋਕਾਂ ਦੀ ਮਦਦ ਵੀ ਥਾਂ ਥਾਂ 'ਤੇ ਹੁੰਦੀ ਰਹੀ। ਪਰ ਹੁਣ ਇਲੈਕਸ਼ਨ ਵੇਲੇ ਲੰਗਰ ਨੂੰ ਮੁੱਦਾ ਬਣਾਉਣਾ ਕਿ ਅਸੀਂ ਬੜਾ ਲੰਗਰ ਵਰਤਾਇਆ ਜੀ, ਚਾਹੇ ਕਿਸਾਨ ਧਰਨੇ ਦੀ ਗੱਲ ਕਰੀਏ ਜਾਂ ਜਿਵੇਂ ਸਿਰਸਾ ਸਾਹਿਬ ਦੇ ਵੱਲੋਂ ਹੁਣ ਆਪਣੀ ਪਿੱਠ ਥਪੜਾਈ ਜਾ ਰਹੀ ਹੈ ਕਿ ਅਸੀਂ ਬਹੁਤ ਸਾਰੇ ਮੁੰਡਿਆਂ ਨੂੰ ਰਿਹਾ ਕਰਾਇਆ ਜਾਂ ਉਹਨਾਂ ਦੀਆਂ ਜ਼ਮਾਨਤਾਂ ਕਰਾਈਆਂ। ਕੀ ਜ਼ਮਾਨਤਾਂ ਦੇ ਆਧਾਰ 'ਤੇ ਜਾਂ ਲੰਗਰ ਬੜਾ ਛਕਾਇਆ ਉਸ ਦੇ ਆਧਾਰ 'ਤੇ ਉਸ ਨੂੰ ਮੁੱਦਾ ਬਣਾ ਕੇ ਇਹ ਜਿਹੜੀ ਚੋਣ ਆ ਇਹ ਲੜਨੀ ਜਾਇਜ਼ ਆ? ਦੇਖੋ, ਇਹ ਤਾਂ ਦਿੱਲੀ ਗੁਰਦੁਆਰਾ ਕਮੇਟੀ ਦਾ ਫਰਜ਼ ਬਣਦਾ। ਜੇ ਦਿੱਲੀ ਗੁਰਦੁਆਰਾ ਕਮੇਟੀ ਲੰਗਰ ਹਰ ਜਗ੍ਹਾ 'ਤੇ ਵਰਤਾਉਣਾ, ਚਾਹੇ ਕੋਈ ਮਰਜ਼ੀ ਪ੍ਰਧਾਨ ਰਿਹਾ, ਉਹਨਾਂ ਨੇ ਵਰਤਾਇਆ। ਨਾਲੇ ਇੱਥੇ ਵੀ ਜਦੋਂ ਹੁਣ ਲੰਗਰ ਦੇ ਵਿੱਚ ਸਾਰੀ ਸਿੱਖ ਕੌਮ ਲੱਗੀ ਸੀ, ਸਾਰੀ ਦੁਨੀਆ 'ਚ ਸਿੱਖਾਂ ਨੇ ਵਰਤਾਇਆ, ਕੋਈ ਇੱਥੇ ਇਕੱਲਾ ਦਿੱਲੀ 'ਚ ਨਹੀਂ ਹੈ। ਠੀਕ ਹੈ, ਗੁਰਦੁਆਰਾ ਕਮੇਟੀ ਦਾ ਫਰਜ਼ ਬਣਦਾ ਸੀ ਔਰ ਗੁਰਦੁਆਰਾ ਕਮੇਟੀ ਨੇ ਆਪਣਾ ਫਰਜ਼ ਨਿਭਾਇਆ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਨਹੀਂ ਕੀਤਾ, ਫਰਜ਼ ਉਹਨਾਂ ਨੇ ਨਿਭਾਇਆ, ਪਰ ਉਹਦਾ ਫਰਜ਼ ਬਣਦਾ। ਉਹਦੀ ਜਗ੍ਹਾ 'ਤੇ ਮੈਨੂੰ ਪੂਰੀ ਉਮੀਦ ਆ ਮਨਜੀਤ ਇਹਦੇ 'ਤੇ ਸਰਸਾ ਜਗ੍ਹਾ 'ਤੇ ਮਨਜੀਤ ਸਿੰਘ ਜੀਕੇ ਹੁੰਦਾ ਉਹ ਵੀ ਕਰਦਾ, ਪਰਮਜੀਤ ਸਿੰਘ ਸਰਨਾ ਹੁੰਦਾ ਉਹ ਵੀ ਕਰਦਾ, ਕੋਈ ਵੀ ਪ੍ਰਧਾਨ ਹੁੰਦਾ ਉਹਨਾਂ ਨੇ ਇਹੋ ਕਰਨਾ ਸੀ ਜੋ ਇਹਨਾਂ ਨੇ ਕੀਤਾ। ਤਾਂ ਇਸ ਕਰਕੇ ਪੋਲੀਟੀਕਲ ਲਾਹਾ ਲੈਣ ਦੀ ਇਹਦੇ 'ਚ ਗੱਲ ਨਹੀਂ ਹੈ, ਬਲਕਿ ਜੋ ਫਰਜ਼ ਬਣਦਾ ਜੇਕਰ ਉਹ ਕਿਸੇ ਨੇ ਨਹੀਂ ਕੀਤਾ ਤਾਂ ਉਹ ਗੱਲ ਹੋਣੀ ਚਾਹੀਦੀ ਹੈ। ਪਰ ਜਿਹੜਾ ਕੀਤਾ ਇਹ ਤਾਂ ਸਾਰੀ ਕੌਮ ਨੇ ਮਿਲ ਕੇ ਕੀਤਾ, ਕੌਮ ਦਾ ਸਾਂਝਾ ਕੰਮ ਆ, ਇਹ ਕੋਈ ਇੱਕ ਬੰਦੇ ਨੇ ਨਹੀਂ ਕੀਤਾ। ਹੁਣ ਜਿਹੜੇ ਹੁਣ ਇਹ ਗੱਲ ਤੁਸੀਂ ਕਹਿ ਰਹੇ ਹੋ ਕਿਸਾਨ ਜਥੇਬੰਦੀਆਂ ਦੇ ਕੇਸਾਂ ਵਾਲੀ, ਇਹ ਦਿੱਲੀ ਗੁਰਦੁਆਰਾ ਕਮੇਟੀ ਦਾ ਫਰਜ਼ ਬਣਦਾ। ਦਿੱਲੀ 'ਚ ਜਿਹੜੇ ਕੇਸ ਆ ਸਿੱਖਾਂ ਦੇ, ਮੈਂ ਤੁਹਾਨੂੰ ਦੱਸਿਆ ਮੁਸਲਮਾਨਾਂ ਦੇ ਕੇਸ ਲੜਨ ਤੱਕ ਗੁਰਦੁਆਰਾ ਕਮੇਟੀ ਤਾਂ ਤਿਆਰ ਜਾਂਦੀ ਸੀ। ਹਿਊਮਨ ਰਾਈਟ ਦੇ ਕੇਸ, ਐਡੀ ਵੱਡੀ ਹਿਊਮਨ ਰਾਈਟ ਦੀ ਵਾਇਲੇਸ਼ਨ ਕਿਹੜੀ ਹੋਊਗੀ ਆ ਜੋ ਇਸੇ ਕਿਸਾਨ ਅੰਦੋਲਨ 'ਚ ਹੋਇਆ। ਅਤੇ ਉਹਦੇ ਵਾਸਤੇ ਜਿਹੜੀ ਇੱਕ ਵਕੀਲਾਂ ਦੀ ਕਮੇਟੀ ਬਣਾਈ ਸੀ, ਉਹ ਕਮੇਟੀ ਜਿਹੜੇ ਵਕੀਲ ਸੀਗੇ ਉਹਨਾਂ 'ਚ ਮੈਂ ਵੀ ਨਾਮ ਦਿੱਤੇ ਸੀ, ਕੁਛ ਵਕੀਲਾਂ ਦੇ ਨਾਮ ਮੈਂ ਵੀ ਦਿੱਤੇ ਸੀ ਉਹ ਕਮੇਟੀ ਦੇ ਵਿੱਚ। ਉਹਨਾਂ ਵਕੀਲਾਂ ਨੇ ਫੀਸਾਂ ਨਹੀਂ ਲਈਆਂ, ਖੁਦ ਫਰੀ ਕੇਸ ਕੀਤੇ ਆ। ਇੱਕ ਪਲੇਟਫਾਰਮ ਚਾਹੀਦਾ ਹੁੰਦਾ। ਇੱਕ ਜਦੋਂ 26 ਜਨਵਰੀ ਤੋਂ ਬਾਅਦ ਇਹਨਾਂ ਨੇ ਗੱਡੀਆਂ ਭੇਜਣੀਆਂ ਬੰਦ ਕਰਤੀਆਂ, ਕਿਉਂਕਿ ਮੇਰੇ ਵੀ ਕੰਟੈਕਟ ਵਿੱਚ ਕਈ ਲੋਕ ਨੇ ਜਿਹੜੇ ਰੈਗੂਲਰ ਉੱਥੇ ਸਮਾਨ ਭੇਜਦੇ ਸੀ। ਜਦੋਂ ਇਹਨਾਂ ਨੇ ਉੱਥੇ ਗੱਡੀਆਂ ਅਲਾਓ ਨਹੀਂ ਕੀਤੀਆਂ ਜਾਣੀਆਂ, ਉਦੋਂ ਮੈਂ ਖੁਦ ਸਰਸੇ ਨੂੰ ਫੋਨ ਕੀਤਾ ਕਿ ਇੱਥੇ ਆਹ ਸਮਾਨ ਚਾਹੀਦਾ ਸੀ, ਗੱਡੀ ਭੇਜ ਰਹੇ ਹਾਂ, ਤੁਸੀਂ ਆਪਣੇ ਟਰੱਕਾਂ 'ਚ ਭੇਜ ਦਿਓ, ਸਮਾਨ ਤੁਹਾਨੂੰ ਪਹੁੰਚਾ ਦਿੰਦੇ ਆ। ਕੋਈ ਗੁਰਦੁਆਰਾ ਕਮੇਟੀ ਦਾ ਟਰੱਕ ਕੋਈ ਰੋਕਦਾ ਨਹੀਂ। ਤਾਂ ਇਸ ਤਰ੍ਹਾਂ ਕਰਕੇ ਇਹ ਗੁਰਦੁਆਰਾ ਕਮੇਟੀ ਇੱਕ ਪਲੇਟਫਾਰਮ ਆ। ਜੇ ਗੁਰਦੁਆਰਾ ਕੋਈ ਵਕੀਲ ਜਦੋਂ ਜਾ ਕੇ ਕਿਸੇ ਕੇਸ ਵਿੱਚ ਖੜਾ ਹੋਵੇ ਤਾਂ ਉਹ ਜੱਜ ਉਹਨੂੰ ਪੁੱਛਦਾ ਤੇਰੇ ਕੋਲ ਮੁਲਜ਼ਮ ਦਾ ਵਕਾਲਤਨਾਮਾ ਹੈ? ਜੇ ਉਹ ਨਹੀਂ ਹੈ ਤਾਂ ਉਹਨੂੰ ਬੋਲਣ ਨਹੀਂ ਦਿੰਦਾ। ਜਾਂ ਜੇ ਕੰਪਲੇਂਟ ਵੱਲੋਂ ਖੜੇ ਹੁੰਦੇ ਤਾਂ ਪੁੱਛਦਾ ਵਿਕਟਮ ਦਾ ਵਕਾਲਤਨਾਮਾ ਹੈ? ਜੱਜ ਬੋਲ ਨਹੀਂ ਦਿੰਦਾ। ਪਰ ਦਿੱਲੀ ਗੁਰਦੁਆਰਾ ਕਮੇਟੀ ਦਾ ਇੱਕ ਐਸਾ ਹੁਣ ਰੈਪੂਟੇਸ਼ਨ ਬਣ ਗਿਆ, ਇੱਕ ਐਸਾ ਇਮੇਜ ਬਣ ਗਿਆ, ਅਸੀਂ ਲੋਕਾਂ ਨੇ ਪੇਸ਼ ਹੋ ਕੇ ਕੀਤਾ ਇੰਨੇ ਸਾਲਾਂ ਤੋਂ, ਕਿ ਚਾਹੇ ਵਕਾਲਤਨਾਮਾ ਹੈ ਜਾਂ ਨਹੀਂ ਹੈ, ਦਿੱਲੀ ਗੁਰਦੁਆਰਾ ਕਮੇਟੀ ਦੇ ਵਕੀਲ ਨੂੰ ਇੱਥੇ ਕੋਰਟਾਂ ਐਂਟਰਟੇਨ ਕਰਦੀਆਂ। ਜਦੋਂ ਜਾ ਕੇ ਉਹ ਖੜਾ ਹੋ ਗਿਆ, ਚਾਹੇ ਉਹਦੇ ਕੋਲੇ ਬਿਨਾਂ ਵਕਾਲਤਨਾਮੇ ਤੋਂ ਵੀ ਜੱਜ ਉਹਨੂੰ ਸੁਣ ਲੈਂਦੇ ਆ। ਤਾਂ ਇੱਕ ਇਹ ਪਲੇਟਫਾਰਮ ਸੀ, ਸਾਨੂੰ ਇਹ ਪਲੇਟਫਾਰਮ ਦੀ ਵਰਤੋਂ ਕਰਨੀ ਚਾਹੀਦੀ ਸੀ। ਇਸੇ ਕਰਕੇ ਵਕੀਲ ਜਿਹੜੇ ਕਰਨਾ ਚਾਹੁੰਦੇ ਸੀ ਕੇਸ, ਉਹਨਾਂ ਨੇ ਆਪਣੀਆਂ ਸਬਸਿਡੀ ਦਿੱਤੀਆਂ, ਇਸ ਪਲੇਟਫਾਰਮ 'ਚ ਦਿੱਤੀਆਂ। ਇਹਦਾ ਠੀਕ ਆ, ਇਹ ਗੁਰਦੁਆਰਾ ਕਮੇਟੀ ਨੇ ਆਪਣਾ ਪਲੇਟਫਾਰਮ ਪ੍ਰੋਵਾਈਡ ਕੀਤਾ, ਉਹਦਾ ਫਰਜ਼ ਬਣਦਾ ਸੀ, ਉਹਨੇ ਆਪਣਾ ਫਰਜ਼ ਪੂਰਾ ਕੀਤਾ। ਪਰ ਇਹਦਾ ਪੋਲੀਟੀਕਲ ਲਾਹਾ ਲੈਣਾ ਇਹ ਗਲਤ ਗੱਲ ਆ, ਇਹ ਨਹੀਂ। ਫੁਲਕਾ ਸਾਹਿਬ, ਤੁਸੀਂ ਵੀ ਇੱਕ ਵੀਡੀਓ ਆਪਣੇ ਪੇਜ 'ਤੇ ਸ਼ੇਅਰ ਕੀਤੀ, ਮੈਂ ਸੁਣ ਰਿਹਾ ਸਾਂ। ਉਸ ਦੇ ਵਿੱਚ ਸਿਰਸਾ ਸਾਹਿਬ ਪਹਿਲਾਂ ਤੁਹਾਡੀ ਸਿਫਤ ਵੀ ਕਰ ਰਹੇ, ਤੁਹਾਡੀ ਸਾਂਝ ਉਹਨਾਂ ਨਾਲ ਚੰਗੀ ਰਹੀ। ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਤੁਸੀਂ ਕੇਸ ਲੜਨ ਤੋਂ ਇਨਕਾਰ ਕਰਤਾ, ਜਿਸ ਕਰਕੇ ਉਹਨਾਂ ਨੇ ਇੱਥੋਂ ਤੱਕ ਸ਼ਬਦ ਵਰਤਿਆ ਵੀ ਪਹਿਲਾਂ ਤਾਂ ਮੈਂ ਫੂਲਕਾ ਸਾਹਿਬ ਕਹਿੰਦਾ ਸਾਂ, ਵੀ ਹੁਣ ਮੈਂ ਸਾਹਿਬ ਵੀ ਨਹੀਂ ਕਹਿੰਦਾ। ਚਲੋ, ਮੈਨੂੰ ਤਾਂ ਸਾਹਿਬ ਕਹਾਉਣ ਦਾ ਕੋਈ ਸ਼ੌਕ ਨਹੀਂ, ਜਿਸ ਤਰ੍ਹਾਂ ਮਰਜ਼ੀ ਕਹਿ ਲੈਣਾ। ਪਰ ਦੇਖੋ, ਮੈਂ ਤਾਂ ਕਈ ਵਾਰੀ ਇਹ ਗੱਲ ਕਹੀ ਹੈ, ਮੈਂ ਕੋਈ ਇਹ ਸੀਕਰਟ ਨਹੀਂ ਹੈ ਕੋਈ, ਕਿ ਜਦੋਂ ਪੋਲੀਟਿਕਸ, ਜਦੋਂ ਤਾਂ ਪੋਲੀਟਿਕਸ ਨਹੀਂ ਆ, ਛੱਡ ਦਿੱਤੀ। ਜਦੋਂ ਮੈਂ ਪੋਲੀਟਿਕਸ ਵਿੱਚ ਸੀ ਉਦੋਂ ਵੀ 84 ਦੇ ਕੇਸ ਅਸੀਂ ਸਾਂਝੇ ਤੌਰ 'ਤੇ ਲੜਦੇ ਸੀ। ਮੈਂ ਆਪਣੇ ਕਈ ਵਾਰੀ ਇਹ ਗੱਲਾਂ ਕਹਿ ਚੁੱਕਿਆ। ਮਨਜੀਤ ਸਿੰਘ ਜੀਕੇ ਮੇਰੇ ਖਿਲਾਫ ਸੀ, ਬਾਦਲ ਦਲ ਵਿੱਚ ਸੀ, ਪ੍ਰਧਾਨ ਸੀ, ਪੋਲੀਟੀਕਲੀ ਉਹ ਮੇਰੇ ਖਿਲਾਫ ਬੋਲੀ ਜਾਂਦਾ ਸੀ, ਪਰ ਕੋਰਟ ਦੇ ਵਿੱਚ ਸਾਡੇ ਪੂਰੀ ਤਾਲਮੇਲ ਸੀ। ਕੋਰਟ ਦੇ ਵਿੱਚ ਅੰਦਰ ਉਹ ਮਨਜੀਤ ਸਿੰਘ ਜੀਕੇ ਨੂੰ ਵੀ ਇਹ ਗੱਲ ਦਾ ਪਤਾ ਸੀ
ਕਿ ਮੇਰੇ ਨਾਲ ਜ਼ਿਆਦਾ ਹੋਰ ਕਿਸੇ ਵਕੀਲ ਨੂੰ ਇਹਨਾਂ ਕੇਸਾਂ ਬਾਰੇ ਨਹੀਂ ਪਤਾ। ਉਹਨੇ ਆਪਣੀ ਟੀਮ ਨੂੰ ਕਿਹਾ ਵਾ ਸੀ ਜੋ ਫੁਲਕਾ ਸਾਹਿਬ ਕਹਿਣਗੇ ਉਹ ਕਰਨਾ। ਜਦੋਂ ਉਦੋਂ ਬਾਅਦ ਮਨਜਿੰਦਰ ਸਿੰਘ ਸਰਸਾ ਪ੍ਰਧਾਨ ਆ ਗਿਆ, ਉਦੋਂ ਵੀ ਇਹੀ ਚੀਜ਼ ਚੱਲੀ, ਇਹੋ ਚੀਜ਼ ਚੱਲੀ। ਉਹ ਤਾਂ ਪੋਲੀਟਿਕਸ ਛੱਡ ਗਿਆ ਸੀ। ਬਾਹਰ ਚਾਹੇ ਜੋ ਮਰਜ਼ੀ ਹੋਵੇ, ਪਰ ਕੋਰਟ ਦੇ ਅੰਦਰ ਪੂਰੀ ਸਾਡੀ ਕੋਆਰਡੀਨੇਸ਼ਨ ਸੀ। ਔਰ ਮੈਂ ਇੱਕ ਗੱਲ ਕਹਾਂਗਾ, ਜਦੋਂ ਮੈਂ ਸਰਸਾ ਨੂੰ ਕੋਈ ਵੀ ਗੱਲ ਕਹੀ ਆ, ਇਹ 84 ਦੇ ਕੇਸਾਂ ਬਾਰੇ ਸਟੈਪ ਲੈਣੇ ਆ, ਸਰਸਾ ਨੇ ਇੱਕਦਮ ਸਟੈਪ ਲਿਆ। ਮਨਜੀਤ ਵੀ ਲੈਂਦਾ ਸੀ, ਸਰਸਾ ਨੇ ਵੀ ਲਿਆ, ਇੱਕਦਮ ਸਟੈਪ ਲਿਆ। ਮੈਂ ਕੋਈ ਇਹ ਮੈਂ ਸੀਕਰਟ ਨਹੀਂ ਹੈ, ਕੋਈ ਇਹ ਨਹੀਂ ਕਿ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ, ਮੈਂ ਆਪਣੇ ਵੀਡੀਓ 'ਤੇ ਦੱਸਦਾ ਰਿਹਾ। ਤਾਂ ਇਸ ਕਰਕੇ ਇਹ ਜਿੱਥੋਂ ਤੱਕ ਇਹ ਗੱਲ ਆ ਕਿ ਬਈ ਮੇਰੀ ਇਹਨਾਂ ਦੇ ਕਿਉਂਕਿ ਇੱਕ ਗੁਰਦੁਆਰਾ ਕਮੇਟੀ ਨੂੰ ਇੱਕ ਪਲੇਟਫਾਰਮ ਹੈ, ਇਹਨੂੰ ਪਲੇਟਫਾਰਮ ਨੂੰ ਅਸੀਂ ਕੌਮ ਦੇ ਫਾਇਦੇ ਲਈ ਕਿਵੇਂ ਕਰਨਾ, ਉਹਦੇ ਵਾਸਤੇ ਸਾਨੂੰ ਇਕੱਠੇ ਮਿਲ ਕੇ ਕਰਨਾ ਪੈਂਦਾ। ਕੁਛ ਮੁੱਦੇ ਐਸੇ ਨੇ ਜਿਹੜੇ ਕੌਮ ਦੇ ਸਾਂਝੇ ਮੁੱਦੇ ਆ, ਆਪਸ ਦੀਆਂ ਲੜਾਈ ਲੜੀ ਜਾਵਾਂਗੇ ਅਸੀਂ, ਇਕੱਠੇ ਹੋ ਕੇ ਵੀ ਅਸੀਂ ਉਹ ਸਾਡੀਆਂ ਜਿਹੜੀਆਂ ਦੂਜੀਆਂ ਤਾਕਤਾਂ ਸਾਡੇ ਖਿਲਾਫ ਨੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਤਾਂ ਆਪਣੀਆਂ ਲੜਾਈਆਂ ਆਪਸ ਬਾਅਦ ਲੜ ਲਾਂਗੇ। ਇਸ ਕਰਕੇ ਜਿਹੜਾ ਇਹ ਵੀ ਮੁੱਦਾ ਸੀ ਕਿਸਾਨ ਅੰਦੋਲਨ ਵਾਲਾ, ਉਹ ਵੀ ਮੈਂ ਖੁਦ ਹੀ ਕਿਹਾ ਕਿ ਮੇਰੀਆਂ ਤਾਂ ਸਬਸਿਡੀ ਅਵੇਲੇਬਲ ਸੀ, ਮੈਂ ਸੀਗਾ, ਪਹਿਲਾਂ ਤਾਰੀਫ ਕੀਤੀ, ਬਾਅਦ 'ਚੋਂ ਕੀਤਾ। ਚਲੋ ਉਹਨਾਂ ਦੀ ਮਰਜ਼ੀ, ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ, ਮੈਂ ਤਾਂ ਕਿਹਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਝੂਠ ਬੋਲਣਗੇ ਭਾਈ ਗੁਰੂ ਆਪੇ ਸਮਝੂਗਾ। ਮੈਂ ਕੋਈ ਇਲੈਕਸ਼ਨ ਨਹੀਂ ਲੜਦੇ, ਮੈਂ ਕੋਈ ਆਪਣੀ ਵਾਹਵਾ ਨਹੀਂ ਕਰਾਉਣੀ, ਮੈਂ ਹੁਣ ਕਾਹਦੇ ਵਾਸਤੇ ਐਵੇਂ ਇਹਨਾਂ ਗੱਲਾਂ 'ਚ ਪਾਵਾਂ। ਫੁਲਕਾ ਸਾਹਿਬ, ਦਿੱਲੀ ਕਮੇਟੀ ਦੇ ਅੰਡਰ ਕਈ ਗੁਰਦੁਆਰੇ, ਇਹ ਬਦਲਾਅ ਕਿਉਂ ਆਇਆ? ਕਿਉਂਕਿ ਜਦੋਂ ਦੇਖੋ ਮੈਂ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਗੁਰਦੁਆਰਾ ਕਮੇਟੀਆਂ ਨੂੰ ਸਿਆਸਤ ਤੋਂ ਆਜ਼ਾਦ ਕਰਾਉਣਾ, ਸਿਆਸਤ ਨਹੀਂ ਕਰਨਾ। ਹੁਣ ਇਹੋ ਮੈਂ ਸਿਚੁਏਸ਼ਨ ਦੱਸ ਰਿਹਾ ਜਿਹੜੀ ਕਿ 6 ਮਹੀਨੇ ਤੱਕ ਦਾ ਹਾਲ ਤਾਂ ਇਹ ਸੀ, ਬੀਜੇਪੀ ਬੜੀ ਚੰਗੀ, ਜੋ ਬੀਜੇਪੀ ਕਹਿੰਦੀ ਆ, ਗੁਰਦੁਆਰਿਆਂ ਤੋਂ ਬੀਜੇਪੀ ਦੇ ਲੀਡਰਾਂ ਨੂੰ ਬੁਲਾ ਕੇ ਸਰੋਪੇ, ਗੁਰਦੁਆਰਿਆਂ 'ਚ ਬੀਜੇਪੀ ਦੀਆਂ ਤਾਰੀਫਾਂ, ਗੁਰਦੁਆਰਿਆਂ 'ਚ ਸਾਰਾ ਕੁਛ। ਉਦੋਂ 6 ਮਹੀਨੇ ਤੱਕ ਤਾਂ ਇਹ ਸੀਗਾ। ਜਿੱਦਾਂ ਤੁਸੀਂ ਉਹਨਾਂ ਨੂੰ ਛੱਡ ਗਏ, ਉਸ ਦਿਨ ਤੁਸੀਂ ਪੂਰੇ ਉਲਟ, ਪੂਰੇ ਦੂਜੇ ਪਾਸੇ ਨੂੰ। ਮਤਲਬ ਕਿ ਇਹ ਸਾਡੇ ਗੁਰਦੁਆਰਿਆਂ ਦੀਆਂ ਸਟੇਜਾਂ ਆਪਣੇ ਸਿਆਸੀ ਫਾਇਦੇ ਲਈ ਕਿਉਂ ਵਰਤੀਆਂ ਜਾਣ? ਮੈਂ ਬੇਸਿਕ ਸਵਾਲ ਇੱਥੇ ਆ, ਜੇਕਰ ਬੇਅਦਬੀ ਹੋਈ ਕਿਸ ਕਰਕੇ ਹੋਈ? ਕਿ ਰਾਮ ਰਹੀਮ ਦੀਆਂ ਵੋਟਾਂ ਚਾਹੀਦੀਆਂ ਸੀ। ਰਾਮ ਰਹੀਮ ਦੀਆਂ ਵੋਟਾਂ ਦੇ ਵਾਸਤੇ ਅਕਾਲ ਤਖ਼ਤ ਜਥੇਦਾਰ ਨੂੰ ਘਰ ਤੱਕ ਬੁਲਾ ਲਿਆ, ਰਾਮ ਰਹੀਮ ਪੇਸ਼ ਨਹੀਂ ਹੋਇਆ, ਘਰੇ ਬੁਲਾ ਕੇ ਉਹਨੂੰ ਬਾਦਲ ਸਾਹਿਬ ਨੇ ਕਿਹਾ ਕਿ ਇਹਨੂੰ ਮਾਫ਼ ਕਰ ਦਿਓ, ਬਿਨਾਂ ਪੇਸ਼ ਹੋਏ ਮਾਫ਼ ਕਰ ਦਿਓ, ਬਿਨਾਂ ਮਾਫ਼ੀ ਮੰਗੇ ਮਾਫ਼ ਕਰ ਦਿਓ। ਬਲਕਿ ਇਸ ਪੋਲੀਟਿਕਸ ਕਰਕੇ ਕੀ ਅਸੀਂ ਸਾਡੇ ਗੁਰਧਾਮਾਂ ਨੂੰ ਇਹ ਜਿਹੇ ਪੋਲੀਟੀਕਲ ਫਾਇਦੇ ਦੇ ਵਾਸਤੇ ਕਿਸੇ ਨੂੰ ਵਰਤਨ ਦੇ ਸਕਦੇ ਹਾਂ? ਮੇਰਾ ਇਹ ਜੋ ਅਸੂਲ ਜੋ ਮੇਰਾ ਹੈ, ਇਹ ਪ੍ਰਿੰਸੀਪਲਸ ਦੇ ਉੱਤੇ ਮੇਰੀ ਲੜਾਈ ਆ। ਮੈਂ ਜੋ ਇਹ ਗੱਲ ਕਹੀ ਸੀ ਕਿ ਜੀ ਕਿਸੇ ਪੋਲੀਟੀਕਲ ਬੰਦੇ ਨੂੰ ਆ ਕੇ ਪੋਲੀਟਿਕਸ ਦੇ ਵਾਸਤੇ ਗੁਰਦੁਆਰਿਆਂ ਦੇ ਜੋ ਸਾਡੇ ਰਿਸੋਰਸਿਸ ਨੇ ਜਾਂ ਗੁਰਦੁਆਰਿਆਂ ਦੀਆਂ ਜੋ ਵੀ ਸਟੇਜਾਂ ਨੇ, ਉਹ ਕਿਸੇ ਤਰੀਕੇ ਨਾਲ ਨਹੀਂ ਵਰਤੀਆਂ ਜਾਣਗੀਆਂ। ਇਹ ਕੌਮ ਦੇ ਫਾਇਦੇ ਵਾਸਤੇ ਵਰਤੇ ਜਾਣ, ਨਾ ਕਿ ਕਿਸੇ ਇੱਕ ਪਰਟੀਕੁਲਰ ਪਾਰਟੀ ਦੇ। ਜੇ ਅੱਜ ਜੋ ਇਹ ਕਹਿ ਰਹੇ ਆ ਬੀਜੇਪੀ ਬਾਰੇ 6 ਮਹੀਨੇ ਤੋਂ ਪਹਿਲਾਂ, ਅੱਜ ਤੋਂ ਸਾਲ ਪਹਿਲਾਂ, ਇਹ ਮਤਲਬ ਕਿ ਖੁਦ ਹੀ ਗਲਤ ਕਰਦੇ ਰਹੇ ਆ। ਇਹ ਚੀਜ਼ ਇਹਨਾਂ ਤੋਂ ਪੁੱਛੀ ਜਾਵੇ, ਸੰਗਤ ਇਹ ਚੀਜ਼ ਰਿਅਲਾਈਜ਼ ਕਰੇ ਕਿ ਇਸ ਮੇਰਾ ਜੋ ਇਹ ਹੈ ਮੁਹਿੰਮ ਕਿ ਗੁਰਦੁਆਰਿਆਂ ਨੂੰ ਪੋਲੀਟਿਕਸ ਤੋਂ ਆਜ਼ਾਦ ਕਰਾਉਣਾ। ਇਸ ਕਰਕੇ ਮੈਂ ਬਾਦਲ ਦਲ ਦੀ ਮਾਨਤਾ ਕੈਂਸਲ ਕਰਾਈ ਸੀ, ਅਕਾਲੀ ਦਲ ਬਾਦਲ ਦੀ ਮਾਨਤਾ ਕੈਂਸਲ ਕਰਵਾਈ ਸੀ। ਚਲੋ ਬਾਅਦ 'ਚ ਇਹਨਾਂ ਨੂੰ ਉੱਪਰਲੀ ਕੋਰਟ 'ਚੋਂ ਰਿਲੀਫ ਮਿਲ ਗਿਆ, ਦੂਜੀ ਗੱਲ ਆ ਕਿ ਇੱਕ ਪੋਲੀਟੀਕਲ ਪਾਰਟੀ ਸਾਡੇ ਗੁਰਦੁਆਰਿਆਂ 'ਤੇ ਕਬਜ਼ਾ ਨਹੀਂ ਕਰ ਸਕਦੀ। ਮੈਂ ਜੱਜ ਨੂੰ ਇਹੀ ਕਿਹਾ ਸੀ ਕਿ ਪੋਲੀਟੀਕਲ ਪਾਰਟੀ ਨੇ ਆ ਕੇ ਕੈਪਚਰ ਕਰ ਲਿਆ, ਜੋ ਧਾਰਮਿਕ ਬੰਦੇ ਨੇ ਉਹ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਹੁਣ ਤੁਸੀਂ ਪਾਰਟੀ ਦੀ ਗੱਲ ਕੀਤੀ ਤੁਸੀਂ ਵੀ ਉਹ ਉੱਥੇ ਮਸਲਾ ਚੱਲਿਆ ਕੋਰਟ ਦੇ ਵਿੱਚ ਕਿ ਧਾਰਮਿਕ ਪਾਰਟੀ ਹੀ ਜਿਹੜੀ ਆ ਉਹ ਇਲੈਕਸ਼ਨ ਲੜੇ। ਪਹਿਲਾਂ ਇਹ ਮੁੱਦਾ ਸੀ, ਬਾਅਦ ਦੇ ਵਿੱਚ ਉਹ ਮੁੱਦਾ ਹੋਰ ਪਾਸੇ ਚੱਲ ਗਿਆ। ਪਰ ਇੱਕ ਸਵਾਲ ਇਹ ਵੀ ਬਣਦਾ ਹੈ ਕਿ 2010 ਦੇ ਵਿੱਚ ਸੋਧ ਹੋਈ ਸੀ, ਇੰਨਾ ਸਮਾਂ ਪੈਰਵਾਈ ਕਿਉਂ ਨਹੀਂ ਹੋਈ? ਜੇਕਰ ਹੁਣ ਜਾ ਕੇ ਪੈਰਵਾਈ ਹੋਈ, ਇਸ ਦਾ ਕਾਰਨ ਕੀ ਸੀ? ਇਹ ਰਾਜਨੀਤੀ ਤੋਂ ਪ੍ਰਭਾਵਿਤ ਸੀ? ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਸੀ, ਉਹ ਪ੍ਰੈਸ਼ਰ ਸੀ ਸਾਡਾ ਪ੍ਰੈਸ਼ਰ ਸੀ, ਹਾਈ ਕੋਰਟ ਦਾ ਪ੍ਰੈਸ਼ਰ ਸੀ। ਕਿਉਂਕਿ 2010 ਤੋਂ ਬਾਅਦ ਇਹ ਆਪਣਾ ਇਨਫਲੂਐਂਸ ਵਰਤਦੇ ਰਹੇ। ਦੇਖੋ ਇਹ ਜਿਹੜੇ ਪੋਲੀਟੀਕਲ ਲੋਕ ਹੁੰਦੇ ਆ ਨਾ, ਇਹ ਚਾਹੇ ਸਰਕਾਰ 'ਚ ਬੈਠੇ ਹੋਣ ਚਾਹੇ ਆਪੋਜੀਸ਼ਨ 'ਚ ਬੈਠੇ ਹੋਣ। ਜੇ ਸਰਕਾਰ 'ਚ ਬੈਠੇ ਹੋਣ ਤਾਂ ਉਹਨਾਂ ਦੀ 70-80% ਚੱਲਦੀ ਆ ਅਤੇ 20% ਅਜੇ ਵੀ ਆਪੋਜੀਸ਼ਨ ਦੀ ਚੱਲਦੀ ਹੁੰਦੀ ਆ। ਇਹ ਆਪਸ ਦੇ ਵਿੱਚ ਸਾਂਝ ਗਾਂਢ ਰੱਖਦੇ ਹੁਣ ਪੰਜਾਬ ਸਾਨੂੰ ਪਤਾ ਹੀ ਆ ਬੇਅਦਬੀ ਵਾਲੇ ਕੇਸਾਂ 'ਚ ਕੀ ਹੋ ਰਿਹਾ। ਤਾਂ ਇਹ ਚਾਹੇ ਇੱਥੇ ਆਪੋਜੀਸ਼ਨ ਵਿੱਚ ਸੀਗੇ ਦਿੱਲੀ ਵਿੱਚ, ਪਰ ਇਹ ਆਪਣਾ ਇਨਫਲੂਐਂਸ ਵਰਤਦੇ ਸੀ, ਆਪਣਾ ਇਨਫਲੂਐਂਸ ਵਰਤ ਕੇ ਇਹ ਚਲਾਉਂਦੇ ਰਹੇ। ਬਿਲਕੁਲ ਗਲਤ ਤਰੀਕੇ ਨਾਲ ਇਹਨਾਂ ਨੂੰ ਮਾਨਤਾ ਮਿਲਦੀ ਰਹੀ। ਇਹ ਜਦੋਂ ਰਿਟ ਫਾਈਲ ਕੀਤੀ, ਉਹ ਗੁਰਵਿੰਦਰ ਸਿੰਘ ਸੈਣੀ ਨੇ, ਉਹਨਾਂ ਨੇ ਰਿਟ ਫਾਈਲ ਕੀਤੀ ਸੀ 2017 'ਚ।
ਔਰ ਪਿਛਲੇ ਸਾਲ ਉਸ ਰਿਟ ਦੇ ਵਿੱਚ ਮੈਂ ਆ ਗਿਆ ਵਕੀਲ। ਜਦੋਂ ਮੈਂ ਵਕੀਲ ਆਇਆ, ਅਸੀਂ ਉਹ ਰਿਟ ਨੂੰ ਪੂਰੇ ਜ਼ੋਰਾਂ ਸ਼ੋਰਾਂ 'ਤੇ ਜਦੋਂ ਚਲਾਇਆ, ਜਦੋਂ ਉੱਥੇ ਕੋਰਟ ਦੇ ਵਿੱਚ ਅਸੀਂ ਸਰਕਾਰ ਦਾ ਮਤਲਬ ਕਿ ਬਿਲਕੁਲ ਨੂੰ ਕਾਰਨਰ ਕਰਤਾ, ਸਰਕਾਰ ਕੋਲ ਜਵਾਬ ਨਹੀਂ ਸੀ ਇਹ। ਉਦੋਂ ਬਾਅਦ ਜਦੋਂ ਮੈਂ ਵੀਡੀਓ ਪਾਈ ਕਿ ਜੀ ਇਹ ਕੇਜਰੀਵਾਲ ਸਰਕਾਰ ਇਹ ਅਕਾਲੀ ਦਲ ਬਾਦਲ ਨੂੰ ਧਾਰਮਿਕ ਪਾਰਟੀ ਕਿਵੇਂ ਕਹਿ ਰਹੀ ਆ, ਇਹ ਦੱਸੋ। ਸਰਕਾਰ ਮਜਬੂਰ ਹੋ ਗਈ ਇਹ ਫੈਸਲਾ ਲੈਣ ਲਈ ਕਿ ਜੀ ਇਹ ਅਸੀਂ 2010 ਦਾ ਜੋ ਅਮੈਂਡਮੈਂਟ ਉਹਨੂੰ ਇੰਪਲੀਮੈਂਟ ਕਰਾਂਗੇ। ਸਰਕਾਰ ਮਜਬੂਰ ਹੋ ਗਈ, ਤਾਂ ਕਰਕੇ ਕੋਈ ਇਹ ਪ੍ਰੇਰਿਤ ਨਹੀਂ ਹੈ, ਹਾਈ ਕੋਰਟ ਦੇ ਪ੍ਰੈਸ਼ਰ ਕਰਕੇ ਆ। ਪਰ ਹੋਇਆ ਕਿ ਜਾ ਕੇ ਇਹਨਾਂ ਨੇ ਜਦੋਂ ਅਕਾਲੀ ਦਲ ਬਾਦਲ ਨੂੰ ਇਹਨਾਂ ਨੇ ਚਿੱਠੀ ਲਿਖਣੀ ਸੀ, ਨੋਟਿਸ ਦੇਣਾ ਸੀ, ਉਹ 27 ਮਾਰਚ ਨੂੰ ਦਿੱਤਾ ਅਤੇ 30 ਮਾਰਚ ਨੂੰ ਨੋਟੀਫਿਕੇਸ਼ਨ ਕਰਤੀ, 3 ਦਿਨ ਦਾ ਟਾਈਮ। ਜੋ ਇਹ ਹੁਣ ਇਸ ਟਾਈਮ ਜੋ ਡਿਵੀਜ਼ਨ ਬੈਂਚ ਹਾਈ ਕੋਰਟ ਨੇ ਜੋ ਇਸ ਟਾਈਮ ਇਹਨਾਂ ਨੂੰ ਰਿਲੀਫ ਦਿੱਤਾ, ਸਿਰਫ ਇਸ ਕਰਕੇ ਦਿੱਤਾ ਕਿ ਇੰਨਾ ਲੇਟ ਕਿਉਂ, ਤੁਹਾਡੇ ਕੋਲ ਇੰਨਾ ਟਾਈਮ ਸੀ, ਤੁਸੀਂ ਪਹਿਲਾਂ ਨੋਟਿਸ 2016 'ਚ ਦਿੱਤਾ, 2016 'ਚ ਨੋਟਿਸ ਦੇ ਕੇ 2017 'ਚ ਫਿਰ ਮਾਨਤਾ ਕਰਤੀ। ਤੁਸੀਂ ਇਹ ਦੇਖੋ ਨਾ। ਅਤੇ ਪਰ ਹੁਣ ਤੁਸੀਂ ਉਸ ਤੋਂ ਬਾਅਦ ਦੂਜਾ ਨੋਟਿਸ ਇਹਨਾਂ ਨੂੰ 27 ਮਾਰਚ ਨੂੰ ਦੇ ਰਹੇ ਹੋ, 3 ਦਿਨ ਬਾਅਦ ਇਲੈਕਸ਼ਨ ਆ। ਤਾਂ ਇਸ ਕਰਕੇ ਕੋਰਟ ਨੇ ਕਿਹਾ ਸਿਰਫ ਇਸ ਇਲੈਕਸ਼ਨ ਕਰਕੇ ਇਹਨਾਂ ਨੂੰ ਦਿੱਤਾ। ਹੁਣ ਅਗਲੀ ਤਰੀਕ ਲੱਗੀ ਵੀ ਆ, 20 ਮਈ ਦੀ ਲੱਗੀ ਵੀ ਆ, ਅੱਗੇ ਉਹ ਚੱਲੇਗਾ। ਮਤਲਬ ਕਿ ਇਹ ਨਹੀਂ ਕਿ ਇਹਨਾਂ ਨੂੰ ਪਰਮਿਸ਼ਨ ਮਿਲ ਗਈ, ਉਹ ਲੇਟ ਕਰਨ ਕਰਕੇ ਇਸ ਕਰਕੇ ਮਿਲੀ। ਅਤੇ ਇਹ ਕੋਈ ਜੇਕਰ ਤੁਸੀਂ ਇਹ ਕਹੋ ਕਿ ਜੀ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਇੱਕ ਪੋਲੀਟੀਕਲ ਮੁੱਦਾ, ਅਤੇ ਇਹ ਕੋਈ ਇਹ ਤਾਂ ਮਤਲਬ ਕਿ ਇਹ ਤਾਂ ਫਿਰ ਇਦੋਂ ਤਾਂ ਜ਼ਿਆਦਾ ਮੈਂ ਕੋਈ ਕਹੂੰਗਾ ਕਿ ਕੋਈ ਹੋਰ ਸ਼ਰਮ ਦੀ ਗੱਲ ਹੋ ਨਹੀਂ ਸਕਦੀ। ਓਕਾ ਸਾਹਿਬ, ਪਿਛਲੇ ਸਮੇਂ ਤੋਂ ਤੁਸੀਂ ਦਿੱਲੀ 'ਚ ਰਹੇ, ਦਿੱਲੀ 'ਚ ਤੁਸੀਂ ਬੜਾ ਇਸ ਪ੍ਰਬੰਧ ਨੂੰ ਨੇੜੇ ਤੋਂ ਹੋ ਕੇ ਦੇਖਿਆ, ਬਹੁਤ ਸਾਰੇ ਕੇਸ ਵੀ ਤੁਸੀਂ ਲੜੇ ਦਿੱਲੀ ਕਮੇਟੀ ਦੇ ਵੱਲੋਂ। ਹੁਣ ਜੇਕਰ ਗੱਲ ਕਰੀਏ ਕਰਪਸ਼ਨ ਦੀ, ਦਿੱਲੀ ਕਮੇਟੀ ਦੇ ਵਿੱਚ ਬੜੀ ਕਰਪਸ਼ਨ ਹੋਈ, ਸੰਗਤ ਦੇ ਵਿੱਚ ਚਰਚਾ ਹੈ ਕਿ ਇੰਨੀ ਕਰਪਸ਼ਨ ਤਾਂ ਕਦੇ ਹੋਈ ਨਹੀਂ ਸੀ। ਚਾਹੇ ਉਹ ਸਕੂਲਾਂ ਦੀ ਗੱਲ ਕੀਤੀ ਜਾਏ, ਦਿੱਲੀ ਕਮੇਟੀ ਦੇ ਹੋਰ ਅਦਾਰਿਆਂ ਦੀ ਗੱਲ ਕੀਤੀ ਜਾਏ, ਸਾਰਿਆਂ ਦੀ ਜਿਹੜੀ ਦਸ਼ਾ ਉਹ ਹੇਠਾਂ ਨੂੰ ਆਈ। ਇਸ ਦੀ ਵਜ੍ਹਾ ਕੀ ਰਹੀ? ਤੁਹਾਨੂੰ ਕੀ ਲੱਗਦਾ ਹੈ, ਕਿੰਨੀ ਕੁ ਕਰਪਸ਼ਨ ਹੋਈ, ਕਿੰਨਾ ਕੁ ਵਾਧਾ ਹੋਇਆ? ਦੇਖੋ, ਇਸ ਦੀ ਮੁੱਖ ਵਜ੍ਹਾ ਜੇਕਰ ਤੁਸੀਂ ਦੇਖੀ ਜਾਵੇ ਤਾਂ ਇਹਨਾਂ ਦਾ ਧਿਆਨ ਸਿਰਫ ਅਤੇ ਸਿਰਫ ਪੋਲੀਟੀਕਲ ਵਾਸਤੇ ਜਾਂ ਪੋਸਟਾਂ ਵਾਸਤੇ, ਸਿਆਸਤ ਵਾਸਤੇ ਫਾਇਦੇ ਲੈਣਾ, ਇਸ ਪਾਸੇ ਨੂੰ ਧਿਆਨ ਸੀ, ਆਪਣੀਆਂ ਵੋਟਾਂ ਵਟੋਰਨਾ ਸੀ। ਹੁਣ ਤੁਸੀਂ ਦੇਖੋ, ਇਹ ਗੁਰਦੁਆਰਾ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਸਰਸਾ ਜੀ ਹੈ, ਉਹ ਖੁਦ ਬੀਜੇਪੀ ਦੇ MLA ਰਹੇ ਆ। ਹੁਣ ਇਸ ਵਾਰੀ ਬੀਜੇਪੀ ਦੇ MLA 'ਤੇ ਇਲੈਕਸ਼ਨ ਹਾਰੇ ਆ। ਖੁਦ ਉਹਨਾਂ ਦੀ ਵਾਈਫ ਜਿਸ ਤੱਕ ਮੈਨੂੰ ਪਤਾ ਕੌਂਸਲਰ ਆ ਹੈ ਉਹ, ਅਤੇ ਦੂਜੇ ਜਿਹੜੇ ਕਾਲਕਾ ਹਰਮੀਤ ਸਿੰਘ ਕਾਲਕਾ ਨੇ, ਉਹ ਖੁਦ ਉਹ ਬੀਜੇਪੀ ਦੇ ਇਲੈਕਸ਼ਨ ਲੜੇ ਆ, ਉਹਨਾਂ ਦੀ ਵਾਈਫ ਬੀਜੇਪੀ ਦੀ ਕੌਂਸਲਰ ਹੈ। ਅਤੇ ਮਤਲਬ ਕਿ ਹੋਰ ਕਿੰਨੇ ਹੀ ਗੁਰਦੁਆਰਾ ਕਮੇਟੀ ਦੇ ਮੈਂਬਰ ਜਿਹੜੇ ਪਾਵਰਫੁਲ ਨੇ, ਜਿਹੜੇ ਤਾਕਤਵਰ ਨੇ, ਉਹ ਬੀਜੇਪੀ ਦੇ ਕੌਂਸਲਰ ਨੇ, ਬੀਜੇਪੀ ਦੇ ਇਲੈਕਸ਼ਨ ਲੜਦੇ ਆ। ਅਤੇ ਇਹ ਤਾਂ ਧਿਆਨ ਦੇਣ ਦਾ ਸਾਰਾ ਉਸ ਪਾਸੇ ਨੂੰ ਸੀ, ਗੁਰਦੁਆਰੇ ਵਾਲੇ ਪਾਸੇ ਧਿਆਨ ਹੀ ਨਹੀਂ ਸੀ। ਇਹ ਗੁਰਦੁਆਰੇ ਦਾ ਕੀ ਕਰਨਾ, ਸੰਗਤ ਦਾ ਕੀ ਕਰਨਾ, ਸਕੂਲਾਂ ਦਾ ਕੀ ਕਰਨਾ। ਜੇ ਸਕੂਲਾਂ 'ਚ ਇਹਨਾਂ ਨੇ ਟੀਚਰਾਂ ਨੂੰ ਜੋਬਸ ਦੇਣੀਆਂ, ਉਹ ਦੇਣੀਆਂ ਪੋਲੀਟੀਕਲ ਫਾਇਦੇ ਕਰਕੇ, ਉਹ ਦੇਣੀਆਂ ਬੀਜੇਪੀ ਦੇ ਲੋਕਾਂ ਦੀਆਂ ਸਿਫਾਰਿਸ਼ਾਂ ਕਰਕੇ, ਉਹ ਦੇਣੀਆਂ ਕਿਸੇ ਨੂੰ ਹੋਰ ਨੌਕਰੀ ਰੱਖਣੀ, ਕਿਸੇ ਨੂੰ ਕੁਛ ਕਰਨਾ, ਉਹ ਕਰਨਾ ਜਿਹੜਾ ਬੀਜੇਪੀ ਦੇ MLA ਜਾਂ ਕੌਂਸਲਰ ਦੀਆਂ ਸਿਫਾਰਿਸ਼ਾਂ ਆ ਗਈਆਂ ਉਹਦੇ ਕਰਕੇ। ਮਤਲਬ ਕਿ ਇੱਕ ਤਰੀਕੇ ਨਾਲ ਤੁਹਾਨੂੰ ਇੱਥੇ ਤੁਹਾਡੇ ਗੁਰਦੁਆਰੇ ਦੇ ਪੂਰੇ ਰਿਸੋਰਸ ਪੋਲੀਟੀਕਲ ਫਾਇਦੇ ਵਾਸਤੇ ਵਰਤੇ ਜਾ ਰਿਹਾ, ਧਿਆਨ ਹੀ ਨਹੀਂ ਕਿਸੇ ਦੇ ਇਸ ਪਾਸੇ ਨੂੰ ਕਿ ਅਸੀਂ ਕੀ ਸਕੂਲਾਂ ਦਾ ਕਰਨਾ, ਕੀ ਕਾਲਜਾਂ ਦਾ ਕਰਨਾ। ਇਹੀ ਤਾਂ ਵਜ੍ਹਾ ਕਿ ਇਹਨਾਂ ਨੂੰ ਇਹ ਪੋਲੀਟਿਕਸ 'ਚੋਂ ਵਿਹਲੇ ਹੋ ਕੇ ਪੋਲੀਟੀਕਲ ਨਾ ਯੂਜ਼ ਕੀਤਾ ਜਾਵੇ, ਧਾਰਮਿਕ ਬੰਦੇ ਹੋਣ। ਹੁਣ ਤੁਸੀਂ ਦੇਖੋ, ਧਾਰਮਿਕ ਬੰਦੇ ਗਿਆਨੀ ਆਪਣੇ ਜੋ ਸਾਬਕਾ ਜਥੇਦਾਰ ਆ ਭਾਈ ਰਣਜੀਤ ਸਿੰਘ ਜੀ ਵਰਗੇ, ਹੁਣ ਉਹਨਾਂ ਕੋਲ ਇੰਨੇ ਰਿਸੋਰਸ ਕਿੱਥੋਂ ਆ ਜਾਣਗੇ ਕਿ ਉਹ ਇਹਨਾਂ ਨਾਲ ਜਾ ਕੇ ਮੁਕਾਬਲਾ ਕਰ ਲੈਣ। ਇਹਨਾਂ ਨੇ ਤਾਂ ਇੰਨਾ ਪੈਸਾ ਲੈਣਾ, ਬਾਦਲ ਦਾ ਲੈਣਾ ਨੇ। ਹੁਣ ਉਹ ਅੱਜ ਕੱਲ੍ਹ ਉਹ ਤੁਰਿਆ ਫਿਰਦਾ ਆ, ਇੱਥੇ ਅਸੀਂ ਕੋਰਟ 'ਚ ਵੀ ਪਾਉਣ ਲੱਗੇ ਹਾਂ, ਸ਼ਰਾਬ ਦੀਆਂ ਕੰਪਨੀਆਂ ਤੋਂ ਇਹਨਾਂ ਨੇ ਫੰਡ ਲਿਆ, ਸਿਗਰਟ ਵਾਲੀਆਂ ਕੰਪਨੀਆਂ ਤੋਂ ਇਹਨਾਂ ਨੇ ਫੰਡ ਲਿਆ। ਉਹ ਫੰਡ ਗੁਰਦੁਆਰਾ ਇਲੈਕਸ਼ਨ ਦੇ ਵਿੱਚ ਵਰਤੇ ਜਾ ਰਹੇ ਆ। ਸਿਗਰਟ ਪੀਣ ਵਾਲਾ ਵੋਟ ਨਹੀਂ ਪਾ ਸਕਦਾ, ਸ਼ਰਾਬ ਪੀਣ ਵਾਲਾ ਵੋਟ ਨਹੀਂ ਪਾ ਸਕਦਾ, ਪਰ ਉਹ ਸਿਗਰਟ 'ਚ ਅਤੇ ਸ਼ਰਾਬ ਦੀਆਂ ਕੰਪਨੀਆਂ ਵਾਲੇ ਫੰਡ ਦੇ ਕੇ ਗੁਰਦੁਆਰਾ ਇਲੈਕਸ਼ਨ ਨੂੰ ਇਨਫਲੂਐਂਸ ਕਰ ਸਕਦੇ ਆ। ਸੰਗਤ ਦੇ ਵਿੱਚ ਚਰਚਾ ਇਹ ਵੀ ਹੈ ਕਿ ਜਿਵੇਂ ਦੂਜੀਆਂ ਇਲੈਕਸ਼ਨ ਹੁੰਦੀਆਂ, ਚਾਹੇ ਵਿਧਾਨ ਸਭਾ ਦੀ ਹੋਵੇ, ਚਾਹੇ ਲੋਕ ਸਭਾ ਦੀ ਹੋਵੇ, ਉਸ ਸਮੇਂ ਤਾਂ ਪੈਸਾ ਵੀ ਚੱਲਦਾ ਹੈ ਅਤੇ ਉਸ ਸਮੇਂ ਸ਼ਰਾਬ ਵੀ ਚੱਲਦੀ, ਦਾਰੂ ਵੀ ਚੱਲਦੀ ਹੈ। ਸੰਗਤ ਦੇ ਵਿੱਚ ਚਰਚਾ ਹੈ ਕਿ ਹੁਣ ਜਿਹੜੀਆਂ ਧਾਰਮਿਕ ਕਮੇਟੀਆਂ ਦੇ ਇਲੈਕਸ਼ਨਸ ਨੇ, ਇਸ ਦੇ ਵਿੱਚ ਵੀ ਪੈਸਾ ਚੱਲਣ ਲੱਗ ਗਿਆ, ਵੋਟਾਂ ਖਰੀਦੀਆਂ ਜਾ ਰਹੀਆਂ ਨੇ, ਅਤੇ ਨਾਲ ਸ਼ਰਾਬ ਵੀ ਚੱਲਦੀ, ਭਾਵੇਂ ਕਿ ਲੁਕਵੇਂ ਢੰਗ ਦੇ ਨਾਲ ਚੱਲਦੀ ਹੈ। ਜੇਕਰ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ, ਕਿਹੋ ਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ ਉਸ ਦੇ ਉੱਪਰ, ਜਿਹੜਾ ਇੱਦਾਂ ਚਾਹੇ ਵੋਟ ਖਰੀਦਦਾ ਹੈ, ਚਾਹੇ ਉਹ ਸ਼ਰਾਬ ਵੰਡਦਾ ਹੈ? ਦੇਖੋ, ਗੱਲ ਇਹ ਆ, ਇਹਦੇ 'ਚ ਬਿਲਕੁਲ ਕੋਈ ਡਾਊਟ ਨਹੀਂ, ਕੋਈ ਸ਼ੱਕ ਨਹੀਂ ਹੈ
ਕਿ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਦੇ ਵਿੱਚ ਇਹ ਨਸ਼ੇ ਵੰਡਦੇ ਆ, ਸ਼ਰਾਬਾਂ ਵੰਡਦੇ ਆ, ਪੈਸੇ ਵੰਡਦੇ ਆ। ਪਰ ਇਦੋਂ ਜ਼ਿਆਦਾ ਸ਼ਰਮ ਦੀ ਗੱਲ ਕੋਈ ਹੋ ਨਹੀਂ ਸਕਦੀ। ਮੈਂ 2011 ਦੇ ਵਿੱਚ ਜੋ HEPC ਦੇ ਪਿਛਲੇ ਇਲੈਕਸ਼ਨ ਸੀ, ਉਦੋਂ ਮੈਂ ਜਾ ਕੇ ਸਾਰੇ ਪੰਜਾਬ ਦੇ ਵਿੱਚ ਮੈਂ ਪੂਰੇ ਦਾ ਪੂਰਾ ਪੰਜਾਬ 'ਚ ਵਿਜ਼ਿਟ ਕੀਤਾ ਸੀ। ਪੰਜਾਬ ਦੇ ਵਿੱਚ ਇੱਕ ਮਾਰਚ ਨਿਕਾਲਿਆ ਸੀ ਕਿ ਕਮ ਸੇ ਕਮ ਇਹ ਨਸ਼ੇ ਇਲੈਕਸ਼ਨਾਂ ਦੇ ਵਿੱਚ ਨਸ਼ੇ ਨਾ ਵੰਡੋ ਉੱਥੇ। ਉਦੋਂ ਮਗਰੋਂ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਲੋਕਲ ਇਲੈਕਸ਼ਨਾਂ ਵਿੱਚ ਵੀ ਹੋ ਗਏ, ਉਹਦਾ ਧੁਰਾ ਤਾਂ ਇਹੀ ਹੈ ਨਾ। ਜੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਉਹਨਾਂ ਦੇ ਪ੍ਰਧਾਨ ਤੇ ਉਹ ਨਸ਼ੇ ਵੰਡ ਕੇ, ਸ਼ਰਾਬਾਂ ਵੰਡ ਕੇ ਜਿੱਤਣਗੇ, ਤਾਂ ਤੁਸੀਂ ਕੀ ਸੋਚਦੇ ਹੋ ਕਿ ਛੋਟੇ ਮੋਟੇ ਗੁਰਦੁਆਰੇ ਵਾਲੇ ਕੀ ਉੱਥੋਂ ਕੀ ਸਿੱਖਣਗੇ ਅਤੇ ਕੀ ਕਰਨਗੇ? ਧੁਰਾ ਤਾਂ ਇੱਥੋਂ ਹੁੰਦਾ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕੀ ਹੋ ਸਕਦਾ, ਦੇਖੋ ਸਰਕਾਰ ਤਾਂ ਜਦੋਂ ਕਰੂਗੀ ਸੋ ਕਰੂਗੀ, ਪਰ ਪਹਿਲਾਂ ਅਸੀਂ ਆਪਣਾ ਫਰਜ਼ ਸਮਝ ਲਈਏ। ਮੇਰੀ ਇਹ ਦਿੱਲੀ ਦੇ ਸਿੱਖਾਂ ਨੂੰ ਅਪੀਲ ਆ, ਜੇ ਤੁਹਾਨੂੰ ਪਤਾ ਕਿ ਕੋਈ ਉੱਥੇ ਨਸ਼ਾ ਵੰਡ ਰਿਹਾ, ਇਹ ਤਾਂ ਹੈ ਨਹੀਂ ਕਿ ਇਲਾਕੇ ਵਿੱਚ ਪਤਾ ਨਹੀਂ, ਇਲਾਕੇ ਵਿੱਚ ਤਾਂ ਬਾਕੀ ਸਿੱਖਾਂ ਨੂੰ ਪਤਾ ਹੀ ਹੁੰਦਾ। ਜੇ ਕੋਈ ਸ਼ਰਾਬ ਵੰਡ ਰਿਹਾ, ਉਸ ਤੋਂ ਮਗਰੋਂ ਤੁਸੀਂ ਕਿਸੇ ਹੋਰ ਗੱਲ ਕਰਕੇ ਕਿ ਜੀ ਮੇਰੀ ਤਾਂ ਜੀ ਉਹ ਫਲਾਣੀ ਦੇ ਨਾਲ ਰਿਸ਼ਤੇਦਾਰੀ ਆ, ਮੇਰੀ ਤਾਂ ਉਹ ਕੱਲ੍ਹ ਨੂੰ ਰਿਸ਼ਤੇਦਾਰੀ ਆ, ਫਿਰ ਵੀ ਤੁਸੀਂ ਉਹਨੂੰ ਵੋਟ ਪਾਉਂਦੇ ਹੋ, ਤਾਂ ਤੁਸੀਂ ਗੁਰੂ ਦੇ ਨਾਲ ਦਗਾ ਕਰ ਰਹੇ ਹੋ। ਫਿਰ ਤੁਸੀਂ ਐਗਜ਼ਾਮਪਲਾਂ ਦਿੰਦੇ ਹੋ ਕਿ ਮੇਰੇ ਗੁਰੂ ਦਾ ਘੋੜਾ ਤਾਂ ਤਬਾਖੂ ਦੇ ਖੇਤ 'ਚ ਨਹੀਂ ਵੜਿਆ। ਅਤੇ ਉਸੇ ਗੁਰੂ ਦੇ ਜੋ ਸਥਾਨ ਨੂੰ ਮੈਨੇਜ ਕਰਨ ਦੇ ਵਾਸਤੇ ਪਤਾ ਹੁੰਦੇ ਸੁਣਦੇ ਉਹ ਬੰਦਾ ਜਿਹੜਾ ਨਸ਼ੇ ਵੰਡ ਰਿਹਾ, ਸ਼ਰਾਬਾਂ ਵੰਡ ਰਿਹਾ, ਕਿਸੇ ਹੋਰ ਗੱਲ ਕਰਕੇ, ਕਿਸੇ ਹੋਰ ਫਾਇਦੇ ਕਰਕੇ ਤੁਸੀਂ ਵੋਟ ਪਾ ਰਹੇ ਹੋ, ਤਾਂ ਅਸੀਂ ਖੁਦ ਗੁਰੂ ਨਾਲ ਦਗਾ ਕਰ ਰਹੇ ਹਾਂ। ਇਹ ਤਾਂ ਪਹਿਲਾਂ ਸੰਗਤ ਸੋਚੇ, ਸਰਕਾਰਾਂ ਤੋਂ ਤਾਂ ਬਾਅਦ 'ਚ ਦੀ ਗੱਲ ਆਉਂਦੀ ਹੈ। ਇਲੈਕਸ਼ਨ ਦੇ ਨਾਲ ਸਿੱਖ ਪੰਥ ਦਾ ਨੁਕਸਾਨ ਹੀ ਹੋਇਆ। ਜਦੋਂ ਦੀ ਇਲੈਕਸ਼ਨ ਸ਼ੁਰੂ ਹੋਈ ਹੈ, ਸਾਡੇ 'ਚ ਗਿਰਾਵਟ ਹੀ ਆਈ ਹੈ। ਪਹਿਲਾਂ ਜਿਹੜੇ ਆਗੂ ਚੁਣੇ ਜਾਂਦੇ ਸੀ, ਉਹ ਸਿਲੈਕਸ਼ਨ ਦੇ ਦੁਆਰਾ ਚੁਣੇ ਜਾਂਦੇ ਸੀ। ਸਿਲੈਕਸ਼ਨ ਦਾ ਕੋਈ ਇਸ ਟਾਈਮ ਸਿਸਟਮ ਨਹੀਂ ਹੈ। ਤਾਂ ਇਸ ਟਾਈਮ ਤਾਂ ਜੋ ਇਲੈਕਸ਼ਨ ਤੋਂ ਕੋਈ ਜਿੰਨੀ ਦੇਰ ਆਲਟਰਨੇਟਿਵ ਸਿਸਟਮ ਨਹੀਂ ਬਣਦਾ, ਉਨੀ ਦੇਰ ਤਾਂ ਇਲੈਕਸ਼ਨ ਹੀ ਹੋਣੇ ਆ। ਪਰ ਹੁਣ ਸਿਰਫ ਇਸ ਕਰਕੇ ਕਿ ਜੇ ਅਸੀਂ ਸਿਲੈਕਸ਼ਨ ਦਾ ਸਿਸਟਮ ਹੋਵੇ, ਸਿਸਟਮ ਕੀ ਬਣੇ, ਜਿੰਨੀ ਦੇਰ ਸਾਡੀ ਸਿੱਖਾਂ ਦੀ ਗਿਰਾਵਟ ਨਹੀਂ ਦੂਰ ਹੁੰਦੀ, ਜਿੰਨੀ ਦੇਰ ਸਾਡੇ ਆਪਣੇ ਹਰ ਆਮ ਸਿੱਖ ਨਹੀਂ ਇਹ ਸੋਚਦਾ ਕਿ ਮੇਰਾ ਇਹ ਫਰਜ਼ ਹੈ, ਮੈਂ ਇਹ ਕੀ ਕਰਨਾ, ਗੁਰੂ ਪ੍ਰਤੀ ਕੀ ਕਰਨਾ, ਉਨੀ ਦੇਰ ਤੋਂ ਜੋ ਮਰਜ਼ੀ ਸਿਸਟਮ ਫੋਲੋ ਕਰ ਲਓ, ਆਹੀ ਕੁਛ ਹੋਣਾ। ਧੰਨਵਾਦ ਸਾਹਿਬ, ਧੰਨਵਾਦ ਫੂਲਕਾ ਸਾਹਿਬ, ਤੁਸੀਂ ਗੱਲਬਾਤ ਕੀਤੀ, ਸਮਾਂ ਕੱਢਿਆ। ਇਹ ਸਨ HS ਫੂਲਕਾ, ਜਿਨ੍ਹਾਂ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਆਈਆਂ ਊਣਤਾਈਆਂ ਬਾਰੇ ਗੱਲਬਾਤ ਕੀਤੀ ਹੈ। ਭਾਵੇਂ ਇਹਨਾਂ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਫਰਜ਼ ਬਣਦਾ ਹੈ ਕਿ ਉਹ ਇੰਟਰਨੈਸ਼ਨਲ ਲੈਵਲ 'ਤੇ ਵੀ ਸੇਵਾ ਕਰੇ ਅਤੇ ਇੱਥੇ ਵੀ ਹਰ ਜ਼ਰੂਰਤਮੰਦ ਦੀ ਹੈਲਪ ਕਰਨਾ ਸਾਰੇ ਆਗੂਆਂ ਦਾ ਫਰਜ਼ ਬਣਦਾ ਹੈ। ਪਰ ਇਹ ਗਿਰਾਵਟ ਆਈ ਹੈ ਅਤੇ ਇਸ ਗਿਰਾਵਟ ਦਾ ਕਾਰਨ ਕਿਤੇ ਨਾ ਕਿਤੇ ਅਸੀਂ ਆਪ ਹੀ ਹਾਂ। ਜਦੋਂ ਤੱਕ ਅਸੀਂ ਆਪ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲਾਂਗੇ, ਤਦ ਤੱਕ ਇਹਨਾਂ ਗਿਰਾਵਟਾਂ ਨੂੰ ਵੀ ਦੂਰ ਨਹੀਂ ਕੀਤਾ ਜਾ ਸਕਦਾ। ਕੈਮਰਾਮੈਨ ਮੋਨੂ ਦੇ ਨਾਲ ਰਣਦੀਪ ਸਿੰਘ, ਜਗਬਾਣੀ TV, ਦਿੱਲੀ।